लेकिन एक आत्मा का भोजन भी है। तो वो भोजन की है? ज्ञान, भुक्ति ज्ञान, रूहानी ज्ञान, आत्म ज्ञान। दया भंडारण, भंडारण कहते ने वरतावी नूं, सर्व करन वाली। जिवें तुहाडे विच भंडारी वरताउंदा है, पर यह ज्ञान का भोजन परमेश्वर की दया वरताउंदी है। भाव की है? जिस जीव ते परमेश्वर की दया होवे उसनूं ये ज्ञान भोजन मिलता है। परमेश्वर की दया है वरतावी। ये आत्म भोजन, ये ज्ञान भोजन हर एक दे चोली नहीं पैंदा। जिस जीव ते परमेश्वर की दया होवे उसनूं ये ब्रह्म ज्ञान भोजन मिलता, आत्म ज्ञान भोजन उसके हिस्से आउंदा। भुक्ति ज्ञान दया भंडारण, इत्थे तक मैं समझाया है। घट घट वाजै नाद, घट घट वाजै नाद। हे जोगियो, तुसी भी सिंगी वजांदे हो भोजन दे समय, तुहाडा नाथ सिंगी वजाउंदा है। ये सिंगी की आवाज़ कित्थे तक पहुँचती है? तुहाडे जोगियां तक। जोगी सुन पाउंदे ने, नेड़ तेड़ फिरदे तुरदे जोगी ये सुन पाउंदे ने। आ वेखो, परमेश्वर का नाथ, परमेश्वर जो नाथ है, आ सारा जगत ये जिवें मठ है, आ सारे जीव जिवें जोगी ने, ते परमेश्वर है नाथ। ते नाथ दी सिंगी वज रही है, हर एक शरीर दे अंदर वज रही है, हर एक हिरदे अंदर वज रही है। तुहाडी सिंगी ते सुन लई दी है, कन सुन सकते ने, पर यह सिंगी हर कोई नहीं सुन सकता। इसे लिए भुक्ति ज्ञान की लोड़ है, इसे लिए ज्ञान भोजन की लोड़ है। ज्ञान भोजन प्राप्त होवे प्रभु की दया नाल, तद वो अनहद नाद रूपी सिंगी अंदर जो वज रही है सुनी जा सकती है। आ भाव अर्थ है इस पंक्ति का। भुक्ति ज्ञान दया भंडारण, घट घट वाजै नाद। हे जोगियो, जिवें तुसी भंडारा चलाउंदे हो मठ विच, प्रभु नाथ का भी भंडारा चलाया होया है। सारा जगत उसका मठ है, सारे जीव ये जोगी ने। सबना अंदर अनहद नाद, अनहद शब्द हो रहा है, पर ये हर कोई प्रभु नाथ की ये सिंगी सुन नहीं सकता, ये अनहद नाद सुन नहीं सकता। सुनदा वो है जिसनों प्रभु की दया नाल ये ज्ञान भुक्ति नसीब होवे, ज्ञान का भोजन नसीब होवे। आप नाथ, नाथी सब जांकी, रिद्धि सिद्धि अवरा साध। अर्थबोध अनुसार उच्चारण। आप नाथ, परमात्मा खुद नाथ है सारे जगत का। नाथी सब जांकी, जिसने सारी सृष्टि दे जीव अपने हुक्म विच रथे हुए ने, कि जीव की कुदरत उसके हुक्म विच बज्जी है, हुक्म विच नथी हुई है, हुक्म विच बज्जी है।
ਐ ਜੋਗਿਓ, ਰਿੱਧੀ ਸਿੱਧੀ ਅਵਰਾ ਸਾਧ। ਅਵਰਾ ਸਾਧ ਹੋਰ ਪਾਸੇ ਦਾ ਸਵਾਦ, ਗਲਤ ਪਾਸੇ ਲੈ ਜਾਣ ਵਾਲਾ ਸਵਾਦ, ਕੁਰਾਹੇ ਲੈ ਜਾਣ ਵਾਲਾ ਸਵਾਦ। ਰਾਹ ਕੀ ਹੈ? ਸਹੀ ਰਾਹ ਕੀ ਹੈ? ਪ੍ਰਭੂ ਪ੍ਰਾਪਤੀ ਕਰਨੀ। ਕੁਰਾਹੇ ਲੈ ਜਾਣ ਵਾਲਾ ਭਾਵ ਉਸ ਪਾਸਿਓਂ ਹਟਾ ਲੈਣ ਵਾਲਾ। ਰਿੱਧੀਆਂ ਸਿੱਧੀਆਂ ਦੇ ਰਸ ਵਿੱਚ ਜੋ ਪੈ ਜਾਂਦਾ ਹੈ, ਉਹ ਪਰਮੇਸ਼ਰ ਪ੍ਰਾਪਤੀ ਵਾਲਾ ਫਰਜ਼ ਭੁੱਲ ਜਾਂਦਾ ਹੈ, ਉਸ ਪਾਸੇ ਵਾਲਾ ਰਾਹ ਭੁੱਲ ਜਾਂਦਾ ਹੈ। ਇਹ ਹੋਰਵੇਂ ਦਾ ਸਵਾਦ ਹੈ। ਸਾਧ ਤੋਂ ਭਾਵ ਸਵਾਦ। ਰਿੱਧੀਆਂ ਸਿੱਧੀਆਂ ਦੀ ਚੇਟਕ, ਰਿੱਧੀਆਂ ਸਿੱਧੀਆਂ ਦਾ ਸਵਾਦ ਗਲਤ ਸਵਾਦ ਹੈ, ਕਿਉਂਕਿ ਇਹ ਜੀਵ ਨੂੰ ਕੁਰਾਹੇ ਲੈ ਜਾਂਦਾ ਹੈ, ਪ੍ਰਭੂ ਪ੍ਰਾਪਤੀ ਦੇ ਮਾਰਗ ਤੋਂ ਬਿਲਕੁਲ ਦੂਰ ਲੈ ਜਾਂਦਾ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੈਂ, ਲੇਖੇ ਆਵੈਂ ਭਾਗ। ਸੰਜੋਗ ਵਿਜੋਗ ਦੋਏ ਕਾਰ ਚਲਾਵੈਂ, ਲੇਖੇ ਆਵੈਂ ਭਾਗ। ਸੰਜੋਗ ਕਹਿੰਦੇ ਨੇ ਮੇਲ ਨੂੰ, ਪਰਮੇਸ਼ਰ ਨਾਲ ਮੇਲ। ਵਿਜੋਗ ਕਹਿੰਦੇ ਨੇ ਵਿਛੋੜੇ ਨੂੰ, ਪਰਮੇਸ਼ਰ ਤੋਂ ਦੂਰੀ। ਕਾਰ ਚਲਾਵੈਂ, ਸੰਸਾਰ ਤੋਰਨ ਦਾ ਕੰਮ ਚਲਾ ਰਹੇ ਨੇ। ਸੰਜੋਗ ਵਿਜੋਗ ਪ੍ਰਭੂ ਦੀਆਂ ਇਹ ਦੋ ਸ਼ਕਤੀਆਂ, ਇਹਨਾਂ ਰਾਹੀਂ ਸੰਸਾਰ ਅੱਗੇ ਤੁਰ ਰਿਹਾ ਹੈ, ਸੰਸਾਰ ਦਾ ਕੰਮ ਤੁਰ ਰਿਹਾ ਹੈ। ਭਾਵ ਸਮਝ ਲੈਣਾ। ਮੈਂ ਦੱਸਿਆ ਸੀ ਸੰਜੋਗ ਹੈ ਮੇਲ, ਮੇਲ ਪਰਮੇਸ਼ਰ ਨਾਲ। ਪ੍ਰਭੂ ਨਾਲ ਪ੍ਰੇਮ ਪੈ ਜਾਏ ਤਾਂ ਪਰਮੇਸ਼ਰ ਨਾਲ ਸੰਜੋਗ ਹੈ, ਪਰਮੇਸ਼ਰ ਨਾਲ ਮੇਲਾ ਹੈ। ਜੇ ਸੰਸਾਰ ਨਾਲ ਪ੍ਰੇਮ ਪੈ ਜਾਏ ਤਾਂ ਫਿਰ ਪ੍ਰਭੂ ਨਾਲੋਂ ਵਿਛੋੜਾ ਹੈ। ਪ੍ਰਭੂ ਨਾਲ ਪ੍ਰੇਮ ਮੇਲ ਦੇਂਦੀ ਹੈ, ਪ੍ਰਭੂ ਨਾਲ ਪ੍ਰੇਮ, ਇਹ ਪ੍ਰੇਮ ਮੇਲ ਦੇਂਦਾ ਹੈ ਪਰਮੇਸ਼ਰ ਨਾਲ। ਸੰਸਾਰ ਨਾਲ ਪ੍ਰੇਮ ਬੰਦੇ ਨੂੰ ਤੋੜ ਦਿੰਦਾ ਹੈ ਪਰਮੇਸ਼ਰ ਨਾਲ। ਹੁਣ ਮੇਲ ਪਾਉਣ ਵਾਲਾ ਤਾਂ ਕੋਈ ਇੱਕ ਅੱਧਾ ਵਡਭਾਗੀ ਕਿਤੇ ਜਨਮ ਲੈਂਦਾ ਹੈ, ਬਾਕੀ ਜੀਵ ਵੀ ਜੋ ਵਿਛੋੜੇ ਵਿੱਚ ਨੇ, ਤੇ ਵਿਛੋੜਾ ਹੈ ਜੂਨਾਂ ਦਾ ਚੱਕਰ। ਇਸ ਜੂਨਾਂ ਦੇ ਚੱਕਰ ਕਰਕੇ ਜੋ ਹੈ ਸੰਸਾਰ ਤੁਰੀ ਜਾ ਰਿਹਾ, ਅਗਾਂਹ ਦੇ ਅਗਾਂਹ ਤੁਰੀ ਜਾ ਰਿਹਾ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੈਂ, ਸੰਸਾਰ ਦੀ ਖੇਡ ਦਾ ਕੰਮ ਅਗਾਂਹ ਦੀ ਅਗਾਂਹ ਤੋਰੇ ਜਾ ਰਹੇ ਸੰਜੋਗ ਤੇ ਵਿਜੋਗ। ਲੇਖੇ ਆਵੈਂ ਭਾਗ, ਲੇਖੇ ਭਾਗਾਂ ਦੀ ਲਿਖਤ। ਲੇਖੇ ਆਵੈਂ, ਉਹ ਜਿਹੜਾ ਭਾਗ ਲਫ਼ਜ਼ ਅਖੀਰ ਵਿੱਚ ਆਇਆ ਹੈ ਨਾ, ਪੰਕਤੀ ਅੰਦਰ ਜੋ ਭਾਗ ਆਇਆ, ਉਹ ਭਾਗ ਦਾ ਅਰਥ ਹੈ ਹਿੱਸੇ। ਲੇਖੇ ਆਵੈਂ ਭਾਗ। ਲੇਖਾ ਤਕਦੀਰ ਦੀ ਲਿਖਤ, ਮਸਤਕ ਤੇ ਜੋ ਲਿਖਤ ਲਿਖੀ ਹੈ ਪੂਰਬਲੇ ਕਰਮਾਂ ਅਨੁਸਾਰ, ਜੋ ਤਕਦੀਰ ਦੀ ਲਿਖਤ ਲਿਖੀ ਗਈ ਹੈ ਮਸਤਕ ਤੇ, ਉਸ ਅਨੁਸਾਰ ਹੀ ਫਿਰ ਪ੍ਰਭੂ ਦੇ ਭੰਡਾਰੇ 'ਚੋਂ ਦੁੱਖ ਸੁੱਖ ਦੇ ਹਿੱਸੇ ਮਿਲ ਰਹੇ ਨੇ, ਦੁੱਖ ਸੁੱਖ ਦੇ ਭਾਗ ਮਿਲ ਰਹੇ ਨੇ, ਦੁੱਖ ਸੁੱਖ ਦੇ ਹਿੱਸੇ ਮਿਲ ਰਹੇ ਨੇ। ਅੱਜ ਦੁੱਖ ਸੁੱਖ ਭੋਗੀ ਦਾ ਹੈ ਜੋਗੀਓ, ਇਹ ਵੀ ਉਸੇ ਭੰਡਾਰੇ 'ਚੋਂ ਆ ਰਿਹਾ ਹੈ, ਪਰ ਇਹ ਨਤੀਜਾ ਹੈ ਸਾਡੇ ਆਪਣੇ ਕਰਮਾਂ ਦਾ।
ਦੁੱਖ ਉਹਦੇ ਦਿੱਤੇ ਨਹੀਂ। ਕੋਈ ਪਿਓ ਪੁੱਤਰ ਨੂੰ ਦੁੱਖ ਦੇ ਕੇ ਰਾਜ਼ੀ ਨਹੀਂ। ਅਸੀਂ ਉਹਨੂੰ ਕਹਿੰਦੇ ਹਾਂ, ਤੂੰ ਸਾਡਾ ਪਿਤਾ, ਤੂੰ ਹੈ ਪਿਤਾ, ਤੂੰ ਹੈ ਮਾਤਾ। ਪਿਤਾ ਮਾਤਾ ਆਖੀਦਾ ਹੈ। ਤੂੰ ਹੈ ਬੰਧਪ, ਤੂੰ ਹੈ ਭਰਾਤਾ। ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਕਿਹੜਾ ਪਿਓ ਜਿਹੜਾ ਪੁੱਤਰ ਨੂੰ ਦੁੱਖ ਦੇਵੇਗਾ? ਉਹ ਵੀ ਦੁੱਖ ਦੇ ਕੇ ਰਾਜ਼ੀ ਨਹੀਂ। ਉਹ ਨਹੀਂ ਦੁੱਖ ਦੇਂਦਾ। ਦੁੱਖ ਸਾਡੇ ਕਰਮਾਂ ਦਾ ਨਤੀਜਾ ਹੈ, ਆਪ ਸਹੇੜੇ ਨੇ, ਲੇਕਿਨ ਉਸ ਦੇ ਹੁਕਮ ਅਨੁਸਾਰ ਸਾਡੀ ਝੋਲੀ ਪੈ ਰਹੇ ਨੇ। ਤਾਂ ਹੇ ਜੋਗੀਓ, ਦੁੱਖ ਸੁੱਖ ਦੇ ਛਾਂਦੇ ਵੀ ਜੋ ਅਸੀਂ ਭੋਗਦੇ ਹਾਂ, ਇਹ ਮਾਲਕ ਦੀ ਹੀ ਰਜ਼ਾ ਅਨੁਸਾਰ ਸਾਡੀ ਝੋਲੀ ਪੈ ਰਹੇ ਨੇ। आदेश तिसे आदेश, आद अनील अनाद अनाहत, जुग जुग एक होवेस। हुण आखते ने, हे जोगियो, साडी आदेश, साडी नमस्कार, साडा चुकना ਤਾਂ ਉਸ ਪਰਮੇਸ਼ਰ ਅੱਗੇ ਹੈ। ਉਹ ਜੋ ਸਾਰੇ ਜਗਤ ਦਾ ਨਾਥ ਹੈ, ਜੋ ਨਾਥਾਂ ਦਾ ਨਾਥ ਹੈ, ਅਸੀਂ ਤਾਂ ਉਸ ਦੇ ਅੱਗੇ ਝੁਕਦੇ ਹਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਆਦੇਸ਼ ਤਿਸੈ ਆਦੇਸ਼, ਸਾਡਾ ਆਦੇਸ਼ ਤਾਂ ਉਸ ਨੂੰ ਹੈ। ਸਾਡੀ ਨਮਸਕਾਰ ਤੇ ਉਸ ਨਾਥਾਂ ਦੇ ਨਾਥ ਪਰਮੇਸ਼ਰ ਅੱਗੇ ਹੈ। ਤੇ ਉਹ ਪਰਮੇਸ਼ਰ ਦੀ ਅੱਗੇ ਵਿਆਖਿਆ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕ ਹੋਵੇਸ। ਕੌਣ ਪਰਮੇਸ਼ਰ? ਉਹ ਨਹੀਂ, ਸ਼ਿਵ ਜੀ ਨਹੀਂ, ਜਿਸ ਦੇ ਉਪਾਸ਼ਕ ਤੁਸੀਂ ਹੋ। ਕਿਹੜਾ ਪਰਮੇਸ਼ਰ? ਆਦ, ਜੋ ਸਾਰੇ ਜਗਤ ਦਾ ਆਦ ਹੈ, ਸਾਰੇ ਜਗਤ ਦਾ ਮੁੱਢ ਹੈ। ਤੁਸੀਂ ਤੇ ਆਦੇਸ਼ ਕਰਦੇ ਹੋ ਕਿਸ ਨੂੰ? ਸ਼ਿਵ ਜੀ ਨੂੰ, ਗੋਰਖ ਨੂੰ। ਸਾਡਾ ਆਦੇਸ਼ ਕਿਸ ਨੂੰ ਹੈ? ਉਹ ਜੋ ਸਾਰੇ ਜਗਤ ਦਾ ਨਾਥ ਹੈ, ਉਹ ਜੋ ਸਭਨਾ ਦਾ ਮੁੱਢ ਹੈ, ਆਦ ਮੁੱਢ, ਸਭਨਾ ਦਾ ਮੁੱਢ। ਅਨੀਲ, ਨੀਲ ਕਹਿੰਦੇ ਨੇ ਕਾਲਖ ਨੂੰ। ਅਨੀਲ, ਜਿਸ ਨੂੰ ਕੋਈ ਕਾਲਖ ਨਹੀਂ ਲੱਗਦੀ, ਜੋ ਬੇਦਾਗ ਹੈ, ਜੋ ਪਵਿੱਤਰ ਹੈ, ਜਿਸ ਨੂੰ ਕਦੇ ਕੋਈ ਮੈਲ ਨਹੀਂ ਲੱਗਦੀ। ਅਨਾਦ, ਜਿਸ ਦਾ ਆਪਣਾ ਆਦ ਕੋਈ ਨਹੀਂ, ਜਿਸ ਦਾ ਆਪਣਾ ਮੁੱਢ ਕੋਈ ਨਹੀਂ। ਉਹ ਸਭਨਾ ਦਾ ਆਦ ਹੈ, ਪਰ ਉਹਦਾ ਆਦ ਕੋਈ ਨਹੀਂ। ਉਹ ਸਭਨਾ ਦਾ ਮੁੱਢ ਹੈ, ਪਰ ਉਸ ਦਾ ਮੁੱਢ ਕੋਈ ਨਹੀਂ, ਉਸ ਨੂੰ ਬਣਾਉਣ ਵਾਲਾ ਕੋਈ ਨਹੀਂ। ਸਾਡੀ ਨਮਸਕਾਰ ਤੇ ਉਸ ਨੂੰ ਹੈ। ਅਨਾਹਤ, ਜਿਸ ਦੀ ਹੱਤਿਆ ਕਦੇ ਹੁੰਦੀ ਨਹੀਂ, ਜਿਸ ਦੀ ਮੌਤ ਕਦੇ ਹੁੰਦੀ ਨਹੀਂ, ਜੋ ਸਦੀਵ ਹੈ। ਸਾਡਾ ਆਦੇਸ਼ ਤੇ ਉਸ ਨੂੰ ਹੈ। ਜੋ ਇਹ ਜੋਗੀਓ, ਅਸੀਂ ਕਿਸੇ ਸ਼ਿਵ ਦੇ ਉਪਾਸ਼ਕ ਨਹੀਂ, ਅਸੀਂ ਉਪਾਸ਼ਕ ਹਾਂ ਉਸ ਪਰਮੇਸ਼ਰ ਦੇ, ਜੋ ਸਾਡਾ ਆਦੇਸ਼ ਹੈ ਉਸ ਨੂੰ ਹੈ। ਸਾਰਾ ਜੋਗੀਆਂ ਨੂੰ ਉਪਦੇਸ਼, जुग जुग एक होवेस। और ओ परमेश्वर उसे बारे आख्या, जुग जुग एक होवेस। जुग जुग हर समय। इत्थे जुग जुग का मतलब है हर समय। एको वेस एको जा रहा है, जिस विच कदे कोई तब्दीली नहीं आई। ओ परमेश्वर जिस विच कदे कोई तब्दीली नहीं आउंदी, जिहदा वेस, जिसका स्वरूप सदा इक्को जा रहिंदा है। इत्थे वेस का मतलब है स्वरूप। वो परमेश्वर जिसका स्वरूप सदा ओह जिहा ही रहिंदा है, जिस विच कदे कोई बदलाहट नहीं। असीं ते उसदे उपासक, साडी आदेश उसनूं है। ऐसी
29ਵੀਂ ਪੌੜੀ ਜੋ ਆਪ ਜੀ ਨੇ ਸਰਵਣ ਕੀਤੀ। ਆਓ ਹੁਣ ਅੱਗੇ ਸਰਵਣ ਕਰੀਏ 30ਵੀਂ ਪੌੜੀ। ਕੁਝ ਖੁੱਲੇ ਬਚਨ ਪਹਿਲਾਂ ਆਖਾਂ ਪੌੜੀ ਬਾਰੇ। ਇਸ ਪੌੜੀ ਵਿੱਚ ਜ਼ਿਕਰ ਆਇਆ ਹੈ ਦੇਵਤਿਆਂ ਦਾ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ। ਐਨ ਜਿਵੇਂ ਪਿਛਲੇ ਜਪਜੀ ਦੀ ਪੌੜੀਆਂ ਵਿੱਚ ਆਪਾਂ ਵੇਖਿਆ, ਸਤਿਗੁਰਾਂ ਨੇ ਦੱਸਿਆ ਸੀ ਕਿ ਮਨੁੱਖਾਂ ਦੀ ਅਗਿਆਨਤਾ ਨੇ ਇਸ ਖਿਆਲ ਨੂੰ ਜਨਮ ਦੇ ਦਿੱਤਾ ਸੀ ਕਿ ਆਹ ਧਰਤੀ ਕਿਸੇ ਤੌਲੇ ਬਲਦ ਨੇ ਸਿੰਘਾਂ 'ਤੇ ਚੁੱਕੀ ਹੋਈ ਹੈ। ਐਨ ਐਵੇਂ ਇੱਕ ਖਿਆਲ ਹੋਰ ਦਾ ਜਨਮ ਹੋ ਗਿਆ ਜੀਵਾਂ ਦੀ ਅਗਿਆਨਤਾ ਸਦਕਾ ਹੀ। ਉਹ ਕੀ ਕਿ ਬ੍ਰਹਮਾ ਸੰਸਾਰ ਚਲਾ ਰਿਹਾ ਹੈ, ਬ੍ਰਹਮਾ ਜਨਮ ਦੇਦਾ ਜੀਵਾਂ ਨੂੰ, ਬ੍ਰਹਮਾ ਸੰਸਾਰੀ ਹੈ, ਜੀਵਾਂ ਨੂੰ ਜਨਮ ਦਿੰਦਾ ਹੈ। ਵਿਸ਼ਨੂੰ ਇਹ ਭੰਡਾਰੀ ਹੈ, ਇਹ ਭੰਡਾਰੇ ਚਲਾਉਂਦਾ ਹੈ, ਇਹ ਰਿਜ਼ਕ ਦੇਂਦਾ ਹੈ। ਇਹ ਸਾਨੂੰ ਪਾਲਦਾ ਪੋਸਦਾ ਹੈ। ਤੇ ਸ਼ਿਵ ਜੀ ਹੈ, ਇਹ ਸਾਨੂੰ ਮੌਤ ਦੇ ਸੱਦੇ ਭੇਜਦਾ ਹੈ। ਕਹਿੰਦੇ ਨੇ ਕਿ ਇਹ ਖਿਆਲ ਵੀ, ਇਸ ਖਿਆਲ ਨੇ ਵੀ ਜਨਮ ਲਿਆ ਮਨੁੱਖ ਦੀ ਅਗਿਆਨਤਾ ਤੋਂ ਹੀ। ਇਸ ਦਾ ਜ਼ਿਕਰ ਹੈ ਇਸ ਪੌੜੀ ਵਿੱਚ। ਹੁਣ ਮੈਂ ਬੇਨਤੀ ਕਰਾਂ, ਜ਼ਰਾ ਸੋਚੋ, ਪਰਮਾਤਮਾ ਦੇ ਹੱਥੋਂ 3 ਸ਼ਕਤੀਆਂ ਖੋਹ ਲਓ। ਜਨਮ ਦੇਣ ਵਾਲਾ ਪਰਮਾਤਮਾ ਨਹੀਂ, ਕੋਈ ਹੋਰ ਹੈ। ਪਾਲਣ ਵਾਲਾ ਪਰਮਾਤਮਾ ਨਹੀਂ, ਕੋਈ ਹੋਰ ਹੈ। ਵਾਪਸ ਸੱਦਣ ਵਾਲਾ ਵੀ ਉਹ ਨਹੀਂ, ਕੋਈ ਹੋਰ ਹੈ। ਤੇ ਫਿਰ ਪਰਮਾਤਮਾ ਤੇ ਖੋਖਲਾ ਹੀ ਰਹਿ ਗਿਆ। ਇਹਦੇ ਹੱਥ ਕੀ ਸ਼ਕਤੀ ਹੋਈ? ਫਿਰ ਸਾਰੀਆਂ ਤਾਕਤਾਂ ਤੇ ਦੇਵਤਿਆਂ ਕੋਲ ਨੇ, ਤੇ ਪਰਮਾਤਮਾ ਕੋਲ ਕਿਹੜਾ ਬਲ ਰਹਿ ਗਿਆ? ਪਰਮਾਤਮਾ ਤੇ ਫਿਰ ਬਲਹੀਨ ਹੋ ਗਿਆ। ਆਓ ਪੌੜੀ ਪੜ੍ਹੀਏ ਤੇ ਦੇਖੀਏ ਸਤਿਗੁਰੂ ਕੀ ਆਖਦੇ ਨੇ। ਆਸਣ ਏਕਾ ਮਾਈ ਜੁਗਤ ਵਿਆਈ, 3 ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਪਾਵੈ ਤਿਵੈ ਚਲਾਵੈ, ਜਿਵ ਹੋਵੇ ਫਰਮਾਨ। ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹ ਵਿਡਾਣ। ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹ ਵਿਡਾਣ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਏਕਾ ਮਾਈ, ਮਾਈ ਆਖਿਆ ਮਾਇਆ ਨੂੰ। ਮਾਈ ਤੋਂ ਭਾਵ ਹੈ ਮਾਇਆ, ਤੇ ਮਾਇਆ ਤੋਂ ਗਾਂ ਭਾਵ ਹੈ ਕੁਦਰਤ, ਨੇਚਰ, ਸ੍ਰਿਸ਼ਟੀ। ਕੁਦਰਤ, ਸ੍ਰਿਸ਼ਟੀ, ਨੇਚਰ, ਇਹ ਮਾਇਆ ਹੀ ਹੈ। ਏਕਾ ਮਾਈ, ਏਕਾ ਤੋਂ ਭਾਵ ਇੱਕ ਇਕੱਲੀ।
विदाउट ए पार्टनर, एका माई जुगत व्याई, जुगत जुगती। व्याई परसूत हो गई, प्रेग्नेंट हो गई। एका माई जुगत व्याई, एक इकल्ली माया, एक इकल्ली कुदरत किसी जुगती नाल, अनोखी जुगती नाल अपने आप बिना किसी साथी तो प्रसूत हो गई, प्रेगनेंट हो गई। प्रसूत होने लई साथी चाहिए, नारी दे नाल नर चाहिए। पर एक कुदरत, ये माया अपने आप प्रसूत हो गई किसी अनोखी जुगती नाल। तिन चेले परवान, तिन गिणती दे तिन चेले तो भाव पुत्र। इस प्रसूत हुई कुदरत ने फिर तिन बच्चों नूं, तिन लड़कियां नूं, तिन चेलियां नूं, तिन पुत्रां नूं जन्म दिता। ते आख्या परवान, नाल लफज की वरत्या है? तिन चेले परवान। परवान तो भाव मन ले, परवान कर ले, मन ले। तो समझा रहे ने कि लोगां विच, अज्ञानी लोगां विच ख्याल तुर पिया कि कुदरत किसी ढंग नाल प्रसूत हो गई ते कुदरत विचों ही पैदा हो गए ये तीन पुत्र, ब्रह्मा, विष्णु ते शिव जी। और ये कहानी लोगों ने मन ली, प्रवान कर ली। दैट वॉज एक्सेप्टेड एज ट्रुथ। ये सच्ची गल है, ख्याल सच्चा है। एक संसारी, एक भंडारी, एक लाए दी मान। और इस प्रचलित ख्याल अनुसार एक पुत्र संसारी बनया। संसारी तो भाव घर बारी, जीवां नूं जन्म देण वाला, जीवां नूं पैदा करन वाला। इसदा नाम उन्हां ब्रह्मा दस्या। आख्या गया ब्रह्मा, ब्रह्मा जीवां नूं पैदा करदा है। एक भंडारी, इन्हां तिन्नां पुत्रां चों एक भंडारे चलाउण वाला नियत हो गया, रिजक देण वाला। बई ये जीवां नूं रिजक पहुंचाउंदा है, पालदा है, जीवां दी देखभाल, जीवां दा रिजक इस दे सदका है। ते एक लाए दी बाण, एक पुत्र ने ड्यूटी सांभ लई कचहरी लाउण दी। दीवान आखदे ने कचहरी। वो कचहरी ला के बैठिया, जिथों जीवां नूं मौत दे सद्दे भेजे जांदे ने, जिथे जीवां दा लेखा हुंदा, कचहरियां विच फैसले होया करदे ने, जीवां दा लेखा हुंदा है। यानी कि धर्मराज ते ओहदे जिहड़े थल्ले दूत ने, वो सारे इस दे महकमे थल्ले ने। ये मिनिस्टर है, बाकी सारा इहदा महकमा।
ਸੋ ਇਹ ਖਿਆਲ ਆਮ ਪ੍ਰਚਲਿਤ ਹੋ ਗਿਆ। ਇਹ ਲੋਕਾਂ ਦੀ ਅਗਿਆਨਤਾ ਸੀ। ਕਿਉਂ? ਅਗਲੀ ਪੰਕਤੀ ਦੱਸ ਰਹੀ ਹੈ। ਕੀ ਕਹਿੰਦੀ ਹੈ? ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫਰਮਾਨ। ਅਸਲੀਅਤ ਇਹ ਹੈ ਕਿ ਜਿਵੇਂ ਤਿਸ ਭਾਵੈ, ਤਿਸ ਲਫ਼ਜ਼ ਆਇਆ ਪਰਮੇਸ਼ਰ ਲਈ। ਜਿਵ ਤਿਸ ਭਾਵੈ, ਜਿਵੇਂ ਪਰਮੇਸ਼ਰ ਨੂੰ ਭਾਉਂਦਾ ਏ, ਤਿਵੇਂ ਚਲਾਵੈ, ਉਹ ਸੰਸਾਰ ਨੂੰ, ਸੰਸਾਰੀਆਂ ਨੂੰ ਤਿਵੇਂ ਤੋਰਦਾ ਹੈ। ਸਾਰੇ ਉਸਦੇ ਹੁਕਮ ਵਿੱਚ ਤੁਰਦੇ ਨੇ। ਜਿਵ ਹੋਵੈ ਫਰਮਾਨ, ਫਰਮਾਨ ਕਹਿੰਦੇ ਨੇ ਹੁਕਮ ਨੂੰ। ਜਿਵੇਂ ਉਸਦਾ ਹੁਕਮ ਹੁੰਦਾ ਹੈ ਤਿਵੇਂ ਹੁੰਦਾ ਹੈ। ਉਸਦੇ ਹੁਕਮ ਨਾਲ ਜੀਵਾਂ ਦਾ ਜਨਮ ਹੈ। ਉਸਦੇ ਹੁਕਮ ਨਾਲ ਜੀਵਾਂ ਦਾ ਵਾਪਸ ਤੁਰਨਾ ਹੈ। ਉਸਦੇ ਹੁਕਮ ਨਾਲ ਹੀ ਜਿਨ੍ਹਾਂ ਭਾਗਾਂ 'ਚ ਰਿਜ਼ਕ ਹੈ ਉਹ ਮਿਲਣਾ ਹੈ। ਸਭ ਕੁਝ ਉਸਦੇ ਹੁਕਮ ਨਾਲ ਹੁੰਦਾ ਹੈ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫਰਮਾਨ। ਜਿਵੇਂ ਉਹਦਾ ਹੁਕਮ ਹੁੰਦਾ ਹੈ ਤਿਵੇਂ ਕੰਮ ਹੁੰਦੇ ਨੇ, ਤਿਵੇਂ ਜੀਵ ਤੁਰਦੇ ਨੇ। ਹੁਣ ਕਾਰਨ ਦੱਸਦੇ ਨੇ ਕਿ ਇਹ ਖਿਆਲ ਕਿਉਂ ਪੈਦਾ ਹੋਇਆ ਜੀਵਾਂ ਵਿੱਚ, ਇਸ ਖਿਆਲ ਨੇ ਕਿਉਂ ਜਨਮ ਲਿਆ, ਕੀ ਕਾਰਨ ਸੀ ਇਸ ਪਿੱਛੇ। ਕਹਿੰਦੇ ਨੇ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਉਹ ਪਰਮੇਸ਼ਰ ਤੇ ਜੀਵਾਂ ਨੂੰ ਵੇਖ ਰਿਹਾ, ਉਹਨਾਂ ਜੀਵਾਂ ਨੂੰ ਨਜ਼ਰ ਨਾ ਆਵੇ, ਪਰਮੇਸ਼ਰ ਨਹੀਂ ਦਿਸ ਰਿਹਾ। ਤੇ ਪਰਮੇਸ਼ਰ ਦਿਸਦਾ ਹੋਵੇ ਤੇ ਦੇਵਤੇ ਕਾਹਨੂੰ ਮੰਨਦੇ? ਉਹਨਾਂ ਨੂੰ ਪਰਮੇਸ਼ਰ ਦਿਸਦਾ ਕੋਈ ਨਹੀਂ। ਪਰਮੇਸ਼ਰ ਜੋਤ ਹੈ। ਕਾਦਰ ਤਾਂ ਕੁਦਰਤ ਨੂੰ ਵੇਖ ਰਿਹਾ ਹੈ, ਕੁਦਰਤ ਕਾਦਰ ਨੂੰ ਵੇਖ ਨਹੀਂ ਸਕਦੀ। ਪਰਮੇਸ਼ਰ ਤੇ ਜੀਵਾਂ ਨੂੰ ਵੇਖ ਰਿਹਾ ਹੈ, ਪਰ ਜੀਵ ਪਰਮੇਸ਼ਰ ਨੂੰ ਵੇਖ ਨਹੀਂ ਸਕਦੇ। ਕਿਉਂਕਿ ਵੇਖ ਨਹੀਂ ਸਕਦੇ, ਦੇਵਤੇ ਕਾਢ ਲੈ ਕਿ ਬਈ ਆਹ ਦੇਵਤਾ ਆਹ ਕਰ ਰਿਹਾ, ਆਹ ਦੇਵਤਾ ਆਹ ਕਰ ਰਿਹਾ, ਆਹ ਦੇਵਤਾ ਆਹ ਕਰ ਰਿਹਾ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਬਹੁਤਾ ਇਹ ਵਿਡਾਣ ਅਸਚਰਜਤਾ ਵਾਲੀ ਗੱਲ ਇਹੋ ਸੀ। ਅਸਚਰਜਤਾ ਵਾਲੀ ਗੱਲ ਤੇ ਇਹੋ ਸੀ। ਆਦੇਸ਼ ਦਿਸੈ ਆਦੇਸ਼, ਹੇ ਜੋਗੀਓ, आदेश प्रणाम, मेरा प्रणाम तिसै तिस परमात्मा नूं है। आदेश तिसै आदेश। केड़ा? जो आद है, जो अनील है, जो अनाद है, जो अनाहत है, जिसका हर समय वेस इक्को जा रहिंदा है, मेरा तो प्रणाम उसनूं है। जिसका स्वरूप सदा इक्को जा रहिंदा है, कदे बदलदा नहीं, मेरा प्रणाम तो उसनूं है। हुण इह जोगियां नूं कहण दी की लोड़ सी? क्योंकि जोगी शिव दे उपासक दस्या की है, उपासक परमेश्वर दे बनो, उसनूं आदेश करो। इन्हां देवतियां दे हत्थ कुछ नहीं, ये देवते दे उन्हां दे बनाए, उसदे बनाए ने। जे सीगे ते उसदे पैदा कीते सन। इन्हां दे हत्थ किहड़ी समर्था आ गई? अगली पौड़ी श्रवण करिए। आसन
ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਛੋਟੀ ਜਿਹੀ ਪੌੜੀ, ਥੋੜੇ ਜਿਹੇ ਬਚਨ, ਪਰ ਬਚਨ ਬੜੇ ਸਿਖਰ ਦੇ ਨੇ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹ ਜੋ ਪੰਕਤੀਆਂ ਨੇ ਦੁਹਰਾਈਆਂ ਗਈਆਂ ਨੇ। ਆਸਣ ਲੋਏ ਲੋਏ ਭੰਡਾਰ, ਆਸਣ ਟਿਕਾਣਾ। ਲੋਏ ਲੋਏ ਹਰ ਇੱਕ ਧਰਤੀ ਤੇ, ਹਰ ਇੱਕ ਪਲੈਨਟ ਤੇ, ਹਰ ਇੱਕ ਧਰਤੀ ਤੇ ਜਿੱਥੇ ਜੀਵਾਂ ਦੀ ਵਸੋਂ ਹੈ, ਉੱਥੇ ਟਿਕਾਣਾ ਹੈ ਕਾਹਦਾ? ਭੰਡਾਰ, ਰਿਜ਼ਕ ਤੇ ਭੰਡਾਰਿਆਂ ਦਾ। ਜਿੰਨੀਆਂ ਧਰਤੀਆਂ ਨੇ, ਜਿੰਨੇ ਪਲੈਨਟਸ ਨੇ, ਜਿੱਥੇ ਜੀਵਾਂ ਦੀ ਵਸੋਂ ਹੈ, ਉੱਥੇ ਪਰਮੇਸ਼ਰ ਦੇ ਰਿਜ਼ਕ ਦਾ ਟਿਕਾਣਾ ਅੱਗੇ ਹੀ ਹੈ। ਪਹਿਲੋਂ ਦੇ ਪ੍ਰਭ ਰਿਜ਼ਕ ਉਪਾਇਆ, ਪਿੱਛੋਂ ਦੇ ਫਿਰ ਜੀਵ ਉਪਾਇਆ। ਪਹਿਲੋਂ ਰਿਜ਼ਕ ਪੈਦਾ ਕੀਤਾ, ਜੀਵ ਬਾਅਦ ਵਿੱਚ ਪੈਦਾ ਕੀਤੇ। ਰਿਜ਼ਕ ਪਹਿਲੋਂ ਉਪੜਦਾ ਕੀਤਾ, ਜੀਵ ਬਾਅਦ ਵਿੱਚ ਪੈਦਾ ਕੀਤੇ। ਆਖਦੇ ਨੇ ਆਸਣ ਲੋਏ ਲੋਏ ਭੰਡਾਰ। ਪ੍ਰਭੂ ਨੇ ਰਿਜ਼ਕ ਦਾ ਟਿਕਾਣਾ ਹਰ ਇੱਕ ਧਰਤੀ ਤੇ ਕੀਤਾ, ਜਿੱਥੇ ਵੀ ਜੀਵਾਂ ਦੀ ਵਸੋਂ ਹੈ। ਔਰ ਇਹ ਜੀਵਾਂ ਨੂੰ ਪੈਦਾ ਕਰਨ ਤੋਂ ਪਹਿਲਾਂ ਹੀ ਰਿਜ਼ਕ ਦਾ ਟਿਕਾਣਾ ਉੱਥੇ ਬਣਾ ਦਿੱਤਾ। ਜੋ ਕਿਛ ਪਾਇਆ ਸੋ ਏਕਾ ਵਾਰ, ਜਿਹੜਾ ਰਿਜ਼ਕ ਪਾਉਣਾ ਸੀ ਇੱਕੋ ਵਾਰੀ ਪਾ ਦਿੱਤਾ। ਮੁੜ ਮੁੜ ਪਾਉਣ ਦੀ ਲੋੜ ਨਹੀਂ। ਕਿਉਂ? ਨਾ ਇਹ ਰਿਜ਼ਕ ਘਟਣ ਵਾਲਾ ਹੈ ਤੇ ਨਾ ਇਹ ਰਿਜ਼ਕ ਮੁੱਕਣ ਵਾਲਾ ਹੈ। ਫੂਡ ਸਾਈਕਲਸ ਚੱਲ ਰਹੇ ਨੇ। Food is never deficient on any planet where the living beings are there because of the food cycles. No need of replenishing the food on the planets. ਭੰਡਾਰੇ ਭਰਪੂਰ ਰਹਿੰਦੇ ਨੇ, ਕਦੇ ਘਟਦੇ ਨੇ। ਫੂਡ ਸਾਈਕਲ ਚੱਲ ਰਹੇ ਨੇ। ਜੋ ਕੁਝ ਪਾਉਣਾ ਸੀ ਇੱਕੋ ਵਾਰ ਪਾ ਦਿੱਤਾ। ਹੁਣ ਇਹ ਰਿਜ਼ਕ ਕਦੇ ਨਾ ਘਟਣ ਵਾਲਾ ਹੈ ਨਾ ਮੁੱਕਣ ਵਾਲਾ ਹੈ। ਜੋ ਕੁਝ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ। ਕਰ ਕਰ ਜੀਵ ਪੈਦਾ ਕਰ ਕਰਕੇ, ਕਰ ਕਰ ਜੀਵ ਪੈਦਾ ਕਰ ਕਰਕੇ, ਜੀਵਾਂ ਨੂੰ ਪੈਦਾ ਕਰ ਕਰਕੇ। ਵੇਖੈ ਇੱਥੇ ਤਕੜਾ ਨਹੀਂ, ਭਾਵ ਹੈ ਸੰਭਾਲ ਕਰਨੀ। ਜੀਵ ਪੈਦਾ ਕਰ ਕਰਕੇ ਜੀਵਾਂ ਦੀ ਸੰਭਾਲ ਵੀ ਕਰ ਰਿਹਾ ਉਹ ਸਿਰਜਣਹਾਰ। ਜਿਸ ਨੇ ਸ੍ਰਿਸ਼ਟੀ ਸਾਜੀ ਹੈ ਉਹ ਸਿਰਜਣਹਾਰ ਜੀਵ ਪੈਦਾ ਕਰ ਕਰਕੇ ਉਹਨਾਂ ਦੀ ਸੰਭਾਲ ਵੀ ਕਰ ਰਿਹਾ, ਦੇਖ ਰੇਖ ਵੀ ਕਰ ਰਿਹਾ।
ਨਾਨਕ ਸੱਚੇ ਕੀ ਸਾਚੀ ਕਾਰ। ਸਮਝੋ ਵਚਨਾਂ ਨੂੰ। ਸੱਚੇ ਕੀ ਪਰਮੇਸ਼ਰ ਦੀ, ਸਾਚੀ ਕਾਰ। ਕਾਰ ਕਹਿੰਦੇ ਨੇ ਕੰਮ ਨੂੰ, ਸਾਚੀ ਕਾਰ ਹੈ ਐਸਾ ਕੰਮ ਜਿਸ ਵਿੱਚ ਨੁਕਸ ਕੋਈ ਨਹੀਂ। ਆ ਜਗਤ ਰਚਨਾ ਦਾ ਕੰਮ ਸੰਸਾਰ ਨੇ ਐਸਾ ਕੀਤਾ ਹੈ ਜਿਸ ਵਿੱਚ ਕੋਈ ਤਰੁਟੀ, ਕੋਈ ਕਮੀ, ਕੋਈ ਫਲॉ, ਕੋਈ ਡਰਾਬੈਕ ਦੱਸ ਨਹੀਂ ਸਕਦਾ। ਕੋਈ ਨਹੀਂ ਕਹਿ ਸਕਦਾ ਕਿ ਪ੍ਰਭੂ ਨੇ ਸ੍ਰਿਸ਼ਟੀ ਸਾਜੀ ਤੇ ਇਸ ਕੰਮ ਵਿੱਚ ਆ ਨੁਕਸ ਰਹਿ ਗਿਆ। ਆ ਸ੍ਰਿਸ਼ਟੀ ਉਹਨੇ ਸਾਜੀ ਪਰ ਆ ਡਰਾਬੈਕ ਰਹਿ ਗਈ, ਆ ਕਮੀ ਰਹਿ ਗਈ। ਸਾਚੇ ਕੀ ਸਾਚੀ ਕਾਰ। ਪਰਮੇਸ਼ਰ ਦਾ ਕੰਮ ਮੁਕੰਮਲ ਹੈ ਹਰ ਤਰ੍ਹਾਂ। ਉਸ ਦੀ ਸਿਰਜਣਾ ਵਿੱਚ ਕੋਈ ਨੁਕਸ ਨਹੀਂ ਲੱਭ ਸਕਦਾ, ਉਸ ਵਿੱਚ ਕੋਈ ਘਾਟ ਨਹੀਂ ਲੱਭ ਸਕਦਾ, ਉਸ ਵਿੱਚ ਕੋਈ ਉਕਾਈ ਨਹੀਂ ਲੱਭ ਸਕਦਾ। No flaw can be pointed out. Everything he created is perfect. आदेश तिसै आदेश। हे जोगियो, साडा आदेश, साड़ी नमस्कार, साडा झुकना तो उस परमेश्वर अगे है। आद जो सबना दा आद है, अनील जो मैल तो रहत है, अनाद जिसका अपना मुढ़ कोई नहीं, अनाहत जिहदी हत्या कदे हुंदी नहीं, जो सदैव है, जुग जुग एको वेस, जिसका स्वरूप सदा उवें दा उवें बिना बदलाहट रहिंदा है। तो इत्थे तक ये सारियां पौड़ियां जोगियां नूं उपदेश सन। अगली पौड़ी सरवण करिए। एक दूं जी भां, एक दूं जी भां कनावड़े ना लख हो हैं। लख होवें पहला हो हैं फिर होवें। एक दूं जी भां लख हो हैं, लख होवें लख बीस। लख लख गेणा आखिए, गेड़ा नहीं गेणा, बिंदी नाल उचार। गेड़ा दा भाव है, गेड़ा देना नहीं, गेणा आपां कहने लख गेणा लख वार। कई बार कही ना गेड़ा, गेड़ा तो भाव वार, लख गेणा लख वार। लख लख गेणा आखिए, एक नाम जगदीश। एत राह हुण आपां पढ़दे हां पत पौड़ियां। ਜਦੋਂ अर्थ ਸਮਝਾਵਾਂਗਾ ख्याल ਆਵੇਗਾ ਇੱਥੇ ਤੇ ਗੱਲ ਪਤੀ ਦੀ ਹੈ, ਨਾ ਪੱਤਿਆਂ ਦੀ ਹੈ ਤੇ ਨਾ ਇੱਜ਼ਤ ਦੀ ਹੈ। ਹੁਣ ਫਿਰ ਤੁਸੀਂ ਕਹੋਗੇ ਬਿਹਾਰੀ ਕਿਉਂ ਨਾ ਲਾ ਦਿੱਤੀ, ਸਿਆਰੀ ਕਿਉਂ ਲਾਈ ਹੈ? ਕਿਉਂਕਿ अर्थ देना है नाल, संबंधक जोड़ना है नाल। अर्थ देना है पति दे, दे लफज नाल लिखना नहीं है पर अर्थ दे देना है उस दे लफज का। तो बिहारी की जगह सियारी लाई है, सियारी संबंधक का काम दे रही है। हुण तुसी पति नूं जे पत पढ़ो तो तुहाडा ध्यान जाएगा या पत्तियां वल ते या इज्जत वल। ਇਹ ਤੇ ਰਾਹ ਪਤੀ ਪੌੜੀਆਂ
ਹੁਣ ਪਹਿਲੋਂ ਪੜ੍ਹਦੇ ਹਾਂ, ਮੇਰਾ ਖਿਆਲ ਹੈ ਉਸੇ ਤਰ੍ਹਾਂ ਜਿਵੇਂ ਸਾਡੀ ਰਹੂ ਰੀਤ ਹੈ, ਚੱਲੀ ਆਈ ਰੀਤ। ਇੱਕ ਦੂ ਜੀ ਭੋਂ ਲੱਖ ਹੋਵੈਂ, ਲੱਖ ਹੋਵੈਂ ਲੱਖ ਵੀਸ, ਲੱਖ ਲੱਖ ਗੇਣਾ ਆਖੀਐ ਏਕ ਨਾਮ ਜਗਦੀਸ਼। ਇਹ ਤਰਾ ਪਤ ਪਵੜੀਆਂ ਚੜੀਐ ਹੋਏ 21, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਆਓ ਜੇ ਮੈਂ ਫਿਰ ਕਮਾਂ ਇਹਨੂੰ ਅਰਥਬੋਧ ਨਾਲ ਪੜ੍ਹਨਾ ਹੋਵੇ ਤਾਂ ਮੈਂ ਇਸ ਨੂੰ ਇਉਂ ਪੜ੍ਹਾਂਗਾ। ਇੱਕ ਦੂ ਜੀ ਭੋਂ ਲੱਖ ਹੋ ਹੈ, ਲੱਖ ਹੋਵੈ ਲੱਖ ਵੀਸ, ਲੱਖ ਲੱਖ ਗੇਣਾ ਆਖੀਐ ਏਕ ਨਾਮ ਜਗਦੀਸ਼। ਇਹ ਤਰਾ ਪਤੀ ਪਵੜੀਆਂ ਚੜੀਐ ਹੋਏ 21, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। आओ अर्थ श्रवण करिए। एक दू जीवों, दू का मतलब है तो, दू का मतलब है तो। एक दू जीवों, एक जीव तो, एक जीव तो। लख हो हैं, लख बन जान, लख हो जान। मेरी एक ਜ਼ਬਾਨ ਤੋਂ ਲੱਖ ਜ਼ਬਾਨਾਂ ਹੋ ਜਾਣ। ਆ ਮੇਰੀ ਇੱਕ ਜ਼ਬਾਨ, ਇਸ ਦੀ ਬਜਾਏ ਲੱਖ ਹੋ ਜਾਣ। ਇੱਕ ਦੂ ਜੀਵੋਂ ਲੱਖ ਹੋ ਹੈ, ਲੱਖ ਹੋਵੇਂ ਲੱਖ ਵੀਸ। ਭਲਾ ਜੇ ਲੱਖ ਥੋੜੀਆਂ ਨੇ ਤਾਂ ਚਲੋ 20 ਲੱਖ ਹੋ ਜਾਣ। ਲੱਖ ਹੋਵੇ ਲੱਖ 20, ਲੱਖ ਦੀ ਬਜਾਏ 20 ਲੱਖ ਹੋ ਜਾਣ। ਤੇ ਫਿਰ ਇੱਕ ਇੱਕ ਜ਼ਬਾਨ ਨਾਲ ਲੱਖ ਲੱਖ ਗੇਣਾ ਆਖੀਐ। ਫਿਰ ਇੱਕ ਇੱਕ ਜ਼ਬਾਨ ਨਾਲ ਲੱਖ ਲੱਖ ਵੇਰ, ਗੇਣਾ ਵੇਰ ਵਾਰੀ ਆਖੀਐ ਆਖਿਆ। ਮੈਂ ਆਖਾਂ ਕੀ ਆਖਾਂ? ਏਕ ਨਾਮ ਜਗਦੀਸ਼। ਜਗਦੀਸ਼ ਆਖਿਆ ਜਗਤ ਦਾ ਈਸ਼, ਜਗਤ ਦਾ ਮਾਲਕ ਪਰਮਾਤਮਾ। ਜਗਦੀਸ਼ ਲਫ਼ਜ਼ ਬਣਿਆ ਜਗਤ ਦਾ ਈਸ਼, ਜਗਤ ਦਾ ਈਸ਼ਵਰ, ਜਗਤ ਦਾ ਮਾਲਕ ਪਰਮਾਤਮਾ। ਤੇ ਇਹਨਾਂ 20 ਲੱਖ ਜ਼ਬਾਨਾਂ ਨਾਲ ਇੱਕ ਇੱਕ ਜ਼ਬਾਨ ਮੇਰੀ ਲੱਖ ਲੱਖ ਵੇਰ ਉਸ ਜਗਦੀਸ਼ ਦਾ ਨਾਮ ਉਚਾਰੇ, ਵਾਹਿਗੁਰੂ ਵਾਹਿਗੁਰੂ ਉਚਾਰੇ। ਹੁਣ ਇੱਥੇ ਕੁਝ ਨਾਲ ਖਿਆਲ ਗੁਪਤ ਨੇ, ਉਹ ਗੁਪਤ ਖਿਆਲ ਨਾਲ ਸਮਝਣ ਵਾਲੇ ਨੇ। ਮਤਾਂ